ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਸਾਰਿਆਂ ਦਾ। ਦੋਸਤੋ, ਜਿਹੜੇ ਸਟੂਡੈਂਟਸ ਨੇ ਕੈਨੇਡਾ ਜਾਣਾ, ਅੱਜ ਉਹਨਾਂ ਦੇ ਦਿਮਾਗ ਦੇ ਵਿੱਚ ਦੋ ਚੀਜ਼ਾਂ ਨੂੰ ਲੈ ਕੇ ਬਹੁਤ ਸਾਰੇ ਡਾਊਟਸ ਨੇ। ਇੱਕ ਤਾਂ ਕੁਆਰੰਟਾਈਨ ਨੂੰ ਲੈ ਕੇ ਸਟੂਡੈਂਟਸ ਬਹੁਤ ਸਾਰੀਆਂ ਸਵਾਲ ਨੇ, ਕਿਵੇਂ ਕੁਆਰੰਟਾਈਨ ਹੋਣਾ ਹੈ, ਕੀ ਪ੍ਰੋਸੈਸ ਹੈ, ਕੀ ਰਿਕੁਆਇਰਮੈਂਟਸ ਨੇ, ਉੱਥੇ ਕਿਵੇਂ ਅਰੇਂਜਮੈਂਟਸ ਕਰਨੇ ਨੇ। ਦੂਸਰਾ ਵੈਕਸੀਨ ਨੂੰ ਲੈ ਕੇ, ਵੈਕਸੀਨ ਨੂੰ ਲੈ ਕੇ ਬਹੁਤ ਸਾਰੇ ਸਵਾਲ ਨੇ, ਜਿਵੇਂ ਕਿ ਕਿਸੇ ਸਟੂਡੈਂਟ ਨੇ ਇੰਡੀਆ 'ਚ ਨੇ, ਉਹਨਾਂ ਨੇ ਇੱਕ ਸ਼ਾਟ ਵੈਕਸੀਨ ਦਾ ਲਵਾਇਆ ਹੋਇਆ, ਉਹ ਹੁਣ ਦੂਸਰਾ ਲਵਾਉਣ ਤੋਂ ਪਹਿਲਾਂ ਜਾ ਸਕਦੇ ਨੇ, ਨਹੀਂ ਜਾ ਸਕਦੇ। ਉਸ ਤੋਂ ਇਲਾਵਾ ਵੈਕਸੀਨ ਦੇ ਬ੍ਰਾਂਡਸ ਨੂੰ ਲੈ ਕੇ ਵੀ ਬਹੁਤ ਤਰੀਕੇ ਦੀਆਂ ਖਬਰਾਂ ਨੇ, ਕਿਹੜੀ ਵੈਕਸੀਨ ਜਿਹੜੀ ਹੈ ਲਵਾਉਣੀ ਚਾਹੀਦੀ ਹੈ, ਕੋਵਿਸ਼ੀਲਡ ਜਾਂ ਕੋਵੈਕਸੀਨ, ਕੈਨੇਡਾ ਕਿਹੜੀ ਵੈਕਸੀਨ ਨੂੰ ਮੰਨਦਾ ਆ। ਇਹ ਸਾਰੇ ਸਵਾਲਾਂ ਦੇ ਜਵਾਬ ਅੱਜ ਦੇ ਸ਼ੋਅ ਦੇ ਵਿੱਚ ਦੇਵਾਂਗੇ। ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਸੀਨੀਅਰ ਕੰਸਲਟੈਂਟ ਜਗਪ੍ਰੀਤ ਸਿੰਘ ਜੀ। ਜਗਪ੍ਰੀਤ ਜੀ, ਸਵਾਗਤ। ਥੈਂਕ ਯੂ ਦੀਪਕ ਜੀ। ਜਗਪ੍ਰੀਤ ਜੀ, ਕੁਆਰੰਟਾਈਨ ਤੋਂ ਸ਼ੁਰੂ ਕਰਦੇ ਹਾਂ, ਉਸ ਤੋਂ ਬਾਅਦ ਵੈਕਸੀਨ ਵੱਲ ਨੂੰ ਵੀ ਆਵਾਂਗੇ। ਕੁਆਰੰਟਾਈਨ ਦਾ ਪ੍ਰੋਸੈਸ ਕੀ ਹੈ, ਸਟੂਡੈਂਟਸ ਨੂੰ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਪੈਣਾ, ਖਾਸ ਕਰਕੇ ਕੈਨੇਡਾ ਵਾਸਤੇ? ਬਿਲਕੁਲ ਦੀਪਕ ਜੀ, ਟਰੈਵਲਿੰਗ ਦੇ ਨਾਲ ਐਸੋਸੀਏਟਡ ਇੱਕ ਬਹੁਤ ਇੰਪੋਰਟੈਂਟ ਕੰਸਰਨ ਹੈ ਕੁਆਰੰਟੀਨ ਦਾ ਲੈ ਕੇ। ਸਟੂਡੈਂਟਸ ਜਿਹੜੇ ਕੈਨੇਡਾ ਟਰੈਵਲ ਕਰ ਰਹੇ ਸੀ ਪਿਛਲੇ ਟਾਈਮ ਦੇ ਵਿੱਚ, ਆਉਣ ਵਾਲੇ ਸਮੇਂ 'ਚ ਵੀ ਕਰਨਗੇ। ਸੋ ਕੁਆਰੰਟਾਈਨ ਫੇਜ਼ ਉਹਨਾਂ ਦੇ ਲਈ ਥਰੂ ਹੋਣਾ ਇੱਕ ਮੈਂਡੇਟਰੀ ਪਾਰਟ ਸੀ ਉਹਨਾਂ ਦੇ ਪ੍ਰੋਸੈਸ ਦਾ, ਜਦੋਂ ਵੀ ਕੋਈ ਸਟੂਡੈਂਟ ਟਰੈਵਲ ਕਰ ਰਿਹਾ ਸੀ। ਬਟ ਹੁਣ ਜੋ ਆਪਾਂ ਦੇਖ ਰਹੇ ਹਾਂ ਕਿ ਕੈਨੇਡਾ ਦਾ ਵੈਕਸੀਨੇਸ਼ਨ ਪ੍ਰੋਸੈਸ ਬਹੁਤ ਫਾਸਟ ਹੈ। ਬਹੁਤ ਸਾਰੇ ਆਲਮੋਸਟ ਜਿਹੜੇ ਸਿਟੀਜ਼ਨਸ ਨੇ ਜਾਂ ਨੇਟਿਵਸ ਨੇ ਕੈਨੇਡਾ ਦੇ ਵੈਕਸੀਨੇਟਡ ਹੋ ਚੁੱਕੇ ਨੇ। ਆਉਣ ਵਾਲੇ ਸਮੇਂ 'ਚ ਬਹੁਤ ਜਲਦ ਜਿਹੜੇ ਰਹਿ ਵੀ ਗਏ ਨੇ ਉਹ ਵੀ ਹੋ ਜਾਣਗੇ। ਪਲੱਸ ਕੋਵਿਡ ਕੇਸਿਸ ਦੀ ਗੱਲ ਕਰੀਏ ਤਾਂ ਪਹਿਲਾਂ ਜੋ ਥਾਊਜ਼ੈਂਡਸ ਦੇ ਵਿੱਚ ਰੋਲ ਕਰ ਰਹੇ ਸੀ, ਉਹ ਹੁਣ ਕਈ ਪ੍ਰੋਵਿੰਸਿਸ ਦੇ ਵਿੱਚ ਬਿਲੋ 500 ਵੀ ਆ ਗਏ ਨੇ। ਲਾਈਕ ਜਿਹੜੇ ਪ੍ਰੋਵਿੰਸਿਸ ਨੇ ਲਾਈਕ ਅਲਬਰਟਾ, ਮੈਨੀਟੋਬਾ, ਸਸਕੈਚੁਅਨ ਹੈ, ਤਾਂ ਦੇ ਆਰ ਜਸਟ ਇਨ 400-300 ਕੇਸਿਸ। ਸੋ ਉਸ ਪੁਆਇੰਟ ਆਫ ਵਿਊ ਨਾਲ ਹੁਣ ਕੈਨੇਡਾ ਦੇ ਵਿੱਚ ਜਿਹੜੀਆਂ ਵੈਕਸੀਨੇਸ਼ਨਸ ਕੈਨੇਡਾ ਵੱਲੋਂ ਅਪਰੂਵਡ ਹੈ, ਅਗਰ ਕੋਈ ਵੀ ਜਿਹੜਾ ਟਰੈਵਲਰ ਹੈ ਉਹ ਕੈਨੇਡਾ 'ਚ ਐਂਟਰ ਹੋ ਰਿਹਾ ਹੈ ਔਰ ਉਹ ਅਗਰ ਕੈਨੇਡੀਅਨ ਅਪਰੂਵਡ ਵੈਕਸੀਨੇਟਡ ਤੋਂ ਕੰਪਲੀਟ ਵੈਕਸੀਨੇਟਡ ਹੈ। ਕੰਪਲੀਟ ਵੈਕਸੀਨੇਟਡ ਕਹਿਣ ਦਾ ਮੇਰਾ ਮਤਲਬ ਹੈ ਜਿਹਨੂੰ ਅਗਰ ਕਿਸੇ ਵੈਕਸੀਨੇਸ਼ਨ ਦੀ ਇੱਕੋ ਹੀ ਡੋਜ਼ ਰਿਕੁਆਇਰਡ ਹੈ ਤਾਂ ਉਹਨੂੰ 1 ਲੱਖ ਜੇ ਹੋਣੀ ਜ਼ਰੂਰੀ ਹੈ। ਅਗਰ ਉਸ ਵੈਕਸੀਨੇਸ਼ਨ ਦੀਆਂ 2 ਡੋਜ਼ ਅਪਰੂਵਡ ਨੇ ਤਾਂ ਉਹਦੀਆਂ 2 ਡੋਜ਼ ਜਿਹੜੀਆਂ ਉਹਨੂੰ ਇੰਜੈਕਟ ਹੋ ਚੁੱਕੀਆਂ ਹੋਣ। ਸੋ ਡੈਫੀਨੇਟਲੀ ਜਿਹੜੇ ਕੰਪਲੀਟਲੀ ਵੈਕਸੀਨੇਟਡ ਟਰੈਵਲਰਸ ਨੇ ਫਰੋਮ ਜੁਲਾਈ, ਉਹਦੇ ਵਿੱਚ ਉਹਨਾਂ ਦਾ ਕੁਆਰੰਟਾਈਨ ਤੋਂ ਉਹਨਾਂ ਨੂੰ ਰਿਲੈਕਸ ਕਰ ਦਿੱਤਾ ਜਾਏਗਾ। ਸੋ ਆਉਣ ਵਾਲਾ ਸਮਾਂ ਜਿਹੜਾ ਕੈਨੇਡਾ ਹੈ ਇੰਟਰਨੈਸ਼ਨਲ ਸਟੂਡੈਂਟਸ ਦੇ ਲਈ ਬਹੁਤ ਵੈਲਕਮਿੰਗ ਹੋ ਸਕਦਾ ਹੈ। ਜੁਲਾਈ ਮੰਥ ਦੇ ਵਿੱਚ ਆਪਾਂ ਇੱਕ ਬਹੁਤ ਪੋਜ਼ਿਟਿਵ ਅਪਡੇਟ ਦੇਖਾਂਗੇ। ਪਰ ਹੁਣ ਇੱਥੋਂ ਦੂਸਰਾ ਸਵਾਲ ਵੀ ਸ਼ੁਰੂ ਹੁੰਦਾ, ਤੁਸੀਂ ਕਿਹਾ ਕੈਨੇਡਾ ਵੱਲੋਂ ਅਪਰੂਵਡ ਵੈਕਸੀਨ ਜਿਹੜੀ ਉਹਦੀ ਕੰਪਲੀਟ ਡੋਜ਼ ਜਿਹੜੇ ਲੈ ਚੁੱਕੇ ਨੇ, ਹੁਣ ਕੈਨੇਡਾ ਵੱਲੋਂ ਅਪਰੂਵਡ ਕਿਹੜੀ? ਇੱਥੇ ਤਾਂ ਹਜੇ ਕੋਵੈਕਸੀਨ ਤੇ ਕੋਵਿਸ਼ੀਲਡ ਦਾ ਹੀ ਰੌਲਾ। ਬਿਲਕੁਲ ਜੀ ਦੀਪਕ ਜੀ, ਦੇਖੋ ਹਰ ਇੱਕ ਕੰਟਰੀ ਦੇ ਆਪਣੇ ਨੋਰਮਸ ਹੈ। ਸੋ ਫਸਟ ਆਫ ਆਲ ਹੈਲਥ ਐਂਡ ਸੇਫਟੀ ਉਹਨਾਂ ਦੀ ਪ੍ਰਾਇੋਰਟੀ ਹੈ। ਸੋ ਜਿਹੜੀਆਂ ਕੈਨੇਡਾ ਦੀਆਂ ਅਪਰੂਵਡ ਵੈਕਸੀਨਸ ਨੇ, ਫਸਟ ਆਫ ਆਲ ਉਹ ਇਨ ਸਟੇਜਸ ਉਹਨਾਂ ਨੂੰ ਰਿਲੈਕਸ ਦੇ ਰਹੇ ਨੇ। ਜਿਵੇਂ ਆਪਾਂ ਦੇਖਿਆ ਕਿ ਜਿਹੜਾ ਲੋਕਡਾਊਨ ਵੀ ਉਹ ਸਟੇਜਸ ਦੇ ਵਿੱਚ ਅਨਲੌਕ ਹੋ ਰਿਹਾ, ਚਾਹੇ ਉਹ ਇੰਡੀਆ 'ਚ ਹੋ ਰਿਹਾ, ਚਾਹੇ ਉਹ ਕੈਨੇਡਾ 'ਚ ਹੈ, ਚਾਹੇ ਉਹ UK 'ਚ ਹੈ। ਸੋ ਅਗਰ ਆਪਾਂ ਅਨਲੌਕ ਬਾਰੇ ਵੀ ਗੱਲ ਕਰੀਏ ਤਾਂ ਉਹ ਵੀ ਸਟੇਜਸ ਦੇ ਵਿੱਚ ਹੋ ਰਿਹਾ। ਹੁਣ ਜਿਵੇਂ ਤੁਸੀਂ ਸਵਾਲ ਕੀਤਾ ਕਿ ਇੰਡੀਆ ਦੇ ਵਿੱਚ ਕੋਵੈਕਸੀਨ ਜਾਂ ਕੋਵਿਸ਼ੀਲਡ ਹੈ, ਸੋ ਇੱਥੇ ਮੈਂ ਸਟੂਡੈਂਟ ਨੂੰ ਦੱਸ ਦਿੰਦਾ ਕਿ ਜਿਹੜੇ ਕੈਨੇਡਾ ਦੇ ਅਪਰੂਵਡ ਵੈਕਸੀਨ ਹੈ ਉਹਨਾਂ ਦੀ ਜਿਹੜੀ ਲਿਸਟ ਹੈ ਉਹਦੇ ਵਿੱਚ ਐਸਟਰਾਜੈਨਿਕ ਹੈ, ਫਾਈਜ਼ਰ ਹੈ, ਜੌਨਸਨ ਐਂਡ ਜੌਨਸਨ ਹੈ ਐਂਡ ਮੋਡਰਨਾ ਹੈ। ਸੋ ਅਗਰ ਕੋਈ ਵੀ ਟਰੈਵਲਰ ਇਹਨਾਂ ਵੈਕਸੀਨਸ ਤੋਂ ਕੰਪਲੀਟਲੀ ਵੈਕਸੀਨੇਟਡ ਹੈ ਤਾਂ ਉਹ ਹੁਣ 14 ਡੇ ਕੁਆਰੰਟਾਈਨ ਦੇ ਰਿਲੈਕਸੇਸ਼ਨ ਪ੍ਰੋਸੈਸ ਦੇ ਵਿੱਚ ਕਾਊਂਟ ਕੀਤਾ ਜਾਏਗਾ। ਹੁਣ ਜਿਹੜਾ ਗੱਲ ਤੁਸੀਂ ਕੀਤੀ ਕਿ ਇੰਡੀਆ ਦੇ ਵਿੱਚ ਜਿਹੜੀ ਵੈਕਸੀਨੇਸ਼ਨ ਲੱਗ ਰਹੀ ਹੈ ਜਿਹਦੇ ਵਿੱਚ ਕੋਵੈਕਸਿਨ ਐਂਡ ਕੋਵਿਸ਼ੀਲਡ ਹੈ, ਕੋਵੈਕਸਿਨ ਤੋਂ ਬਹੁਤ ਸਾਰੀਆਂ ਕਨਫਿਊਜ਼ਨ ਹੈ ਕਿ ਉਹ ਹਾਲੇ WHO ਵੱਲੋਂ ਅਪਰੂਵਡ ਨਹੀਂ ਹੈ। ਬਟ ਇਹ ਜਿਹੜੀ ਵੈਕਸੀਨ ਹੈ ਜਲਦ ਇਹ ਵੀ ਅਪਰੂਵ ਹੋ ਜਾਏਗੀ ਕਿਉਂਕਿ ਇਹਦਾ ਜਿਹੜਾ ਡੇਟਾ ਹੈ ਉਹ ਹਾਲੇ ਕੰਪਲੀਟਲੀ ਸਬਮਿਟਡ ਨਹੀਂ ਹੈ WHO ਦੇ ਕੋਲ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਜਿਹੜਾ ਅਪਰੂਵ ਹੋਏਗਾ। ਕੋਵਿਸ਼ੀਲਡ ਜਿਹੜਾ ਦੈਟ ਇਜ਼ ਆਲਸੋ ਅਪਰੂਵਡ ਬਾਈ WHO ਐਂਡ ਸਟੂਡੈਂਟ ਨੂੰ ਇਹਦੇ ਉੱਤੇ ਵੀ ਅਪਰੂਵਲ ਮਿਲੇਗੀ ਆਉਣ ਵਾਲੇ ਸਮੇਂ ਦੇ ਵਿੱਚ। ਸੋ ਐਟ ਪ੍ਰੈਜ਼ੈਂਟ ਆਪਾਂ ਜੂਨ ਦੇ ਵਿੱਚ ਬੈਠੇ ਹਾਂ। ਸਟੂਡੈਂਟ ਜਿਹੜਾ ਟਰੈਵਲ ਕਰੇਗਾ ਦੈਟ ਇਜ਼ ਗੋਇੰਗ ਟੂ ਟਰੈਵਲ ਇਨ ਦਾ ਮੰਥ ਆਫ ਅਗਸਤ ਐਂਡ ਸੈਪਟੈਂਬਰ। ਸੋ ਉਹਦੇ ਵਿੱਚ ਆਪਣੇ ਕੋਲ ਹਾਲੇ ਜੂਨ ਮੰਥ ਪੂਰਾ ਪਿਆ, ਜੁਲਾਈ ਪਿਆ, ਅਗਸਤ ਵੀ ਮਿਡ ਤੋਂ ਬਾਅਦ ਸਟੂਡੈਂਟ ਟਰੈਵਲ ਕਰਨਗੇ। ਰੀਜ਼ਨ ਕਿ ਜਿਹੜੀਆਂ ਕਲਾਸਿਸ ਨੇ ਉਹ 10th 12th ਸੈਪਟੈਂਬਰ ਦੇ ਆਸ-ਪਾਸ ਜਿਹੜਾ ਉਹ ਸਟਾਰਟ ਹੋ ਰਹੀਆਂ। ਸੋ ਅਕੋਰਡਿੰਗਲੀ ਜਿਹੜਾ ਸਟੂਡੈਂਟ ਟਰੈਵਲ ਕਰੇਗਾ ਉਹਦੇ ਕੋਲ ਪ੍ਰੋਪਰ ਟਾਈਮ ਹੈ। ਬਟ ਇੱਥੇ ਮੈਂ ਸਟੂਡੈਂਟ ਨੂੰ ਸੁਜੈਸਟ ਕਰਾਂਗਾ ਕਿ ਉਹ ਆਪਣੀ ਹੈਲਥ ਐਂਡ ਸੇਫਟੀ ਨੂੰ ਧਿਆਨ 'ਚ ਰੱਖਦੇ ਹੋਏ ਜਿਹੜੀ ਵੀ ਵੈਕਸੀਨ ਉਹਦੇ ਕੋਲ ਅਵੇਲੇਬਲ ਹੋ ਰਹੀ ਹੈ, ਸਟੂਡੈਂਟ ਮਸਟ ਗੋ ਔਨ ਸੋ ਦੈਟ ਉਹਦਾ ਜਿਹੜਾ ਟਾਈਮ ਪੀਰੀਅਡ ਹੈ ਉਹ ਵੀ ਕੰਪਲੀਟ ਹੋ ਪਾਏ, ਉਹਦੇ ਟਰੈਵਲਿੰਗ ਪਲਾਨਸ ਦੇ ਅਕੋਰਡਿੰਗਲੀ ਜਦੋਂ ਵੀ ਉਹਨੇ ਸੈਪਟੈਂਬਰ ਦੇ ਵਿੱਚ ਟਰੈਵਲ ਕਰਨਾ ਹੈ। ਸੋ ਇਹਨਾਂ ਚੀਜ਼ਾਂ ਦੇ ਉੱਤੇ ਆਪਾਂ ਵੀ ਅਪਡੇਟ ਕਰਦੇ ਰਹਾਂਗੇ। ਕੋਈ ਵੀ ਡੀਸੈਂਟ ਡਿਵੈਲਪਮੈਂਟਸ ਆਉਂਦੀਆਂ ਨੇ ਸਟੂਡੈਂਟਸ ਨੂੰ ਲੈ ਕੇ ਤਾਂ ਇਸ ਚੈਨਲ ਨਾਲ ਜੁੜੇ ਰਹੋ ਜੀ।
ਸੋ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰੋ ਕਿਉਂਕਿ ਲੇਟੈਸਟ ਇਨਫੋਰਮੇਸ਼ਨ ਤੇ ਜਿਹੜੀ ਇਨਫੋਰਮੇਸ਼ਨ ਦਾ ਐਨਾਲਿਸਿਸ ਹੈ ਤੁਹਾਨੂੰ ਚੈਨਲ ਤੇ ਜ਼ਰੂਰ ਮਿਲਦਾ ਰਹੇਗਾ। ਧੰਨਵਾਦ। ਥੈਂਕ ਯੂ ਜੀ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।